ਸਵੇਰੇ ਸਵੇਰੇ ਮੇਰੀ ਅੱਖ ਖੁੱਲੀ ਤਾਂ ਮੰਮੀ ਤੇ ਪਾਪਾ ਕਿਸੇ ਨਾਲ ਉੱਚੀ ਉੱਚੀ ਗੱਲਾਂ ਕਰ ਰਹੇ ਸੀ। ਉਹਨਾਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਮੈਂ ਪਰੇਸ਼ਾਨ ਹੋ ਗਈ। ਭੱਜੀ ਹੋਈ ਬਾਹਰ ਆਈ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸਾਹਮਣੇ ਮੇਰੇ ਪਤੀ ਖੜੇ ਸੀ। ਉਹ ਕਈ ਸਾਲਾਂ ਦੇ ਬਾਅਦ ਘਰ ਆਏ ਸੀ। ਉਹਨਾਂ ਨੂੰ ਦੇਖ ਕੇ ਮੇਰੀ ਜਾਨ ਵਿੱਚ ਜਾਨ ਆ ਗਈ। ਹੁਣ ਮੈਂ ਉਹਨਾਂ ਦੇ ਇੰਤਜ਼ਾਰ ਵਿੱਚ ਮੁੱਕਦੀ ਜਾ ਰਹੀ ਸੀ, ਲੇਕਿਨ ਉਹਨਾਂ ਨੂੰ ਅੱਜ ਆਪਣੇ ਸਾਹਮਣੇ ਦੇਖ ਕੇ ਸਾਰੇ ਗਿਲੇ ਸ਼ਿਕਵੇ ਭੁੱਲ ਗਈ। ਫਿਰ ਮੇਰੀ ਨਿਗਾਹ ਉਹਨਾਂ ਦੇ ਨਾਲ ਖੜੇ ਇੱਕ ਦੁਬਲੇ ਪਤਲੇ ਅਤੇ ਛੋਟੀ ਉਮਰ ਦੇ ਲੜਕੇ 'ਤੇ ਪਈ। ਉਹ ਬਿਲਕੁਲ ਸਹਿਮਿਆ ਹੋਇਆ ਸੀ। ਮੰਮੀ ਪਾਪਾ ਉਸ ਦੇ ਕਰਕੇ ਮੇਰੇ ਪਤੀ ਨਾਲ ਲੜ ਰਹੇ ਸੀ। ਬੇਟਾ, ਇਸ ਬੱਚੇ ਦੀ ਕੋਈ ਜਾਤ ਪਾਤ ਦਾ ਕੋਈ ਪਤਾ ਨਹੀਂ, ਤੂੰ ਕਿਉਂ ਉਠਾ ਕੇ ਆਪਣੇ ਘਰ ਲੈ ਆਇਆ? ਮੰਮੀ ਪਾਪਾ ਆਸ਼ੀਸ਼ ਨੂੰ ਇਹੀ ਬਾਰ-ਬਾਰ ਕਹਿ ਰਹੇ ਸੀ। ਮੰਮੀ ਜੀ, ਮੈਂ ਆਪਦੇ ਲਈ ਥੋੜੀ ਨਾ ਲੈ ਕੇ ਆਇਆ, ਤੁਹਾਡੀ ਸੇਵਾ ਕਰਨ ਲਈ ਲੈ ਕੇ ਆਇਆ। ਇਸ ਨੂੰ ਮੇਰੇ ਮਾਲਕ ਨੇ ਮੈਨੂੰ ਤੋਹਫੇ ਵਿੱਚ ਦਿੱਤਾ। ਤੈਨੂੰ ਤਾਂ ਪਤਾ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਉਹ ਜ਼ਿਮੀਂਦਾਰ ਦੇ ਕੋਲ ਕਿੰਨੀ ਜ਼ਮੀਨ ਆ। ਮੈਂ ਇਸ ਨੂੰ ਆਪਣੇ ਨਾਲ ਜ਼ਬਰਦਸਤੀ ਨਹੀਂ ਲੈ ਕੇ ਆਇਆ। ਮੇਰੇ ਮਾਲਕ ਨੇ ਇਸ ਨੂੰ ਤੋਹਫੇ ਦੇ ਤੌਰ 'ਤੇ ਦਿੱਤਾ ਤੇ ਇਹ ਵੀ ਇੱਥੇ ਆ ਕੇ ਮੇਰੇ ਨਾਲ ਖੁਸ਼ ਆ। ਤੈਨੂੰ ਕੋਈ ਦਿੱਕਤ ਹੈ ਰਾਮੂ? ਰਾਮੂ ਨੇ ਨਾਂਹ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, ਕੋਈ ਦਿੱਕਤ ਨਹੀਂ ਹੈ ਮਾਲਿਕ, ਇੱਥੇ ਆ ਕੇ ਮੈਂ ਖੁਸ਼ ਹਾਂ। ਉਸਨੇ ਆਪਣੇ ਇੱਧਰ ਉੱਧਰ ਦੇਖ ਕੇ ਬੋਲਿਆ। ਉਹ ਇੰਨਾ ਜ਼ਿਆਦਾ ਸੋਹਣਾ ਸੀ ਕਿ ਮੈਂ ਵੀ ਉਸ ਦੇ ਵੱਲ ਖਿੱਚੀ ਚਲੀ ਗਈ। ਜਦ ਕਿ ਮੈਂ ਇੱਕ ਔਰਤ ਸੀ, ਪਰ ਉਸ ਦੇ ਨੈਣ ਨਕਸ਼ ਬਹੁਤ ਖੂਬਸੂਰਤ ਸੀ। ਉਸ ਦੀਆਂ ਅੱਖਾਂ ਵਿੱਚ ਅਜਿਹੀ ਚਮਕ ਸੀ ਕਿ ਬੰਦਾ ਦੇਖਦਾ ਹੀ ਰਹਿ ਜਾਂਦਾ। ਉਸਨੇ ਆਪਣੇ ਮੋਢੇ ਉੱਪਰ ਤੌਲੀਆ ਰੱਖਿਆ ਹੋਇਆ ਸੀ। ਦੋਨੋਂ ਹੱਥ ਬੰਨ੍ਹ ਕੇ ਖੜਾ ਸੀ, ਜਿਵੇਂ ਕਿਸੇ ਰਾਜ ਦਰਬਾਰ ਵਿੱਚ ਵਜ਼ੀਰ ਖੜਾ ਹੋਵੇ। ਉਸ ਦਾ ਅੰਦਾਜ਼ ਬਹੁਤ ਹੀ ਨਿਰਾਲਾ ਸੀ। ਮੇਰੇ ਸਹੁਰਾ ਸਾਹਿਬ ਨੇ ਬਹੁਤ ਹੀ ਡਾਂਟਿਆ ਮੇਰੇ ਪਤੀ ਨੂੰ। ਕਿਹਾ, ਕੱਲ੍ਹ ਨੂੰ ਇਹ ਵੱਡਾ ਹੋਵੇਗਾ ਤੇ ਆਪਣੀਆਂ ਬਹੂ ਬੇਟੀਆਂ ਵਾਸਤੇ ਸਮੱਸਿਆ ਖੜੀ ਕਰ ਸਕਦਾ। ਮੇਰੇ ਪਤੀ ਨੇ ਕਿਸੇ ਦੀ ਨਾ ਸੁਣੀ। ਮੈਂ ਵੀ ਖੁਸ਼ ਸੀ ਕਿ ਇਹਨਾਂ ਨੂੰ ਮੇਰਾ ਕਿੰਨਾ ਖਿਆਲ ਆ। ਇਹ ਮੇਰੇ ਲਈ ਨੌਕਰ ਵੀ ਲੈ ਕੇ ਆ ਗਏ, ਜੋ ਦਿਨ ਰਾਤ ਮੇਰੀ ਸੇਵਾ ਕਰੇਗਾ ਤੇ ਮੈਂ ਕੋਈ ਕੰਮ ਨਹੀਂ ਕਰੂੰਗੀ। ਵੈਸੇ ਵੀ ਆਸ਼ੀਸ਼ ਕਈ ਸਾਲਾਂ ਬਾਅਦ ਘਰ ਆਏ ਸੀ। ਮੈਂ ਵੀ ਉਸ ਦੇ ਨਾਲ ਥੋੜ੍ਹਾ ਸਮਾਂ ਬਿਤਾਉਣਾ ਚਾਹੁੰਦੀ ਸੀ। ਉਹ ਲੜਕਾ ਜਿਸ ਦਾ ਨਾਮ ਰਾਮੂ ਸੀ, ਉਸਨੇ ਸਾਰੇ ਘਰ ਦੇ ਕੰਮ ਸੰਭਾਲ ਲਏ। ਅਸੀਂ ਵੀ ਸਾਰੇ ਖੁਸ਼ ਸੀ ਕਿ ਚਲੋ ਘਰ ਦੇ ਕੰਮਾਂ 'ਚੋਂ ਸਕੂਨ ਮਿਲਿਆ। ਪਰ ਇੱਕ ਦਿਨ ਮੈਂ ਸਵੇਰੇ ਉੱਠੀ ਤਾਂ ਮੇਰੀ ਸੱਸ ਸਿਰ ਫੜੀ ਬੈਠੀ। ਉਹਨਾਂ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਬਹੁਤ ਪਰੇਸ਼ਾਨ ਆ। ਉਹਨਾਂ ਇਹ ਹਾਲਾਤ ਦੇਖ ਕੇ ਮੈਂ ਚੌਂਕ ਗਈ ਤੇ ਸੋਚਿਆ, ਪਤਾ ਨਹੀਂ ਮਾਂ ਜੀ ਨੂੰ ਕੀ ਹੋ ਗਿਆ। ਜਦੋਂ ਮੈਂ ਪੁੱਛਿਆ ਉਹਨਾਂ ਨੂੰ ਤਾਂ ਕਹਿਣ ਲੱਗੇ, ਅੱਜ ਕੱਲ੍ਹ ਦੀਆਂ ਔਰਤਾਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਬਸ ਬਿਸਤਰੇ 'ਤੇ ਹੀ ਖਾਣਾ ਭਾਲਦੀਆਂ। ਸਾਡੇ ਜ਼ਮਾਨੇ ਵਿੱਚ ਅਸੀਂ ਆਪ ਕਣਕ ਪੀਹ ਕੇ ਰੋਟੀ ਬਣਾਉਂਦੀਆਂ ਸੀ। ਹੁਣ ਤਾਂ ਜਗ੍ਹਾ ਜਗ੍ਹਾ ਚੱਕੀਆਂ ਹੋ ਗਈਆਂ, ਤਾਂ ਵੀ ਨੂੰਹਾਂ ਦੇ ਇੰਨੇ ਨਖਰੇ ਆ। ਹੁਣ ਤਾਂ ਔਰਤਾਂ ਆਪਣੇ ਘਰ ਦਾ ਕੰਮ ਵੀ ਨਹੀਂ ਕਰ ਸਕਦੀਆਂ, ਤਾਂ ਹੀ ਤਾਂ ਸਰੀਰ ਨੂੰ ਕਿੰਨੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਮੇਰੀ ਸੱਸ ਦਾ ਇਹ ਵਧੀਆ ਤਰੀਕਾ ਸੀ ਮੈਨੂੰ ਗੱਲਾਂ ਸੁਣਾਉਣ ਦਾ। ਕੰਮ ਦੇ ਲਈ ਮੈਂ ਬੜੀ ਬੇਰੁਖੀ ਨਾਲ ਪੁੱਛਿਆ, ਹੁਣ ਕੀ ਹੋ ਗਿਆ ਮਾਂ ਜੀ? ਕਿਉਂਕਿ ਮੈਨੂੰ ਪਤਾ ਸੀ ਮਾਂ ਜੀ ਮੈਨੂੰ ਹੀ ਕਹਿ ਰਹੇ ਨੇ। ਬਹੂ, ਇਹ ਜੋ ਰਾਮੂ ਆ, ਮੈਨੂੰ ਇਸ 'ਤੇ ਭੋਰਾ ਵੀ ਭਰੋਸਾ ਨਹੀਂ। ਬਾਹਰ ਦਾ ਹੈਗਾ, ਰੱਬ ਨਾ ਜਾਣੇ ਕਿਹੋ ਜਿਹਾ ਹੋਵੇਗਾ। ਆਪਾਂ ਘਰ ਵਿੱਚ ਇਕੱਲੀਆਂ ਔਰਤਾਂ, ਕੱਲ੍ਹ ਨੂੰ ਇਹ ਵੱਡਾ ਹੋ ਗਿਆ ਤਾਂ ਹਮੇਸ਼ਾ ਤਾਂ ਨਹੀਂ ਇਸ ਤਰ੍ਹਾਂ ਰਹੇਗਾ। ਮੇਰੀ ਸੱਸ ਨੇ ਫਿਕਰ ਜਤਾਉਂਦੇ ਹੋਏ ਕਿਹਾ। ਮੰਮੀ ਜੀ, ਤੁਹਾਨੂੰ ਲੱਗਦਾ ਮੇਰਾ ਕੰਮ ਆਸਾਨ ਹੋ ਗਿਆ, ਤਾਂ ਹੀ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ। ਤੁਸੀਂ ਚਾਹੁੰਦੇ ਹੀ ਨਹੀਂ ਕਿ ਮੈਂ ਆਰਾਮ ਨਾਲ ਘਰ ਵਿੱਚ ਰਹਾਂ। ਬੇਟੀ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਤੂੰ ਕਹੇ ਤਾਂ ਮੈਂ ਚੁੱਪ ਕਰ ਜਾਂਦੀ ਆ, ਪਰ ਇਹ ਸਭ ਠੀਕ ਨਹੀਂ। ਮੇਰੀਆਂ ਨਜ਼ਰਾਂ ਕੁਝ ਹੋਰ ਦੇਖ ਰਹੀਆਂ। ਮਾਂ ਜੀ ਨੇ ਇਹ ਗੱਲ ਕਰਕੇ ਮੇਰਾ ਹੋਰ ਵੀ ਦਿਲ ਦਿਖਾਇਆ। ਮੈਂ ਹੁਣ ਉਹਨਾਂ ਦੀ ਕੋਈ ਗੱਲ ਦਾ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ। ਵੈਸੇ ਵੀ ਰਾਮੂ ਹੁਣ ਹਰ ਵਕਤ ਮੇਰੀ ਸੇਵਾ ਲਈ ਖੜਾ ਰਹਿੰਦਾ। ਮੈਨੂੰ ਉਹ ਤੋਂ ਕਾਹਦਾ ਡਰ ਸੀ? ਦੁਬਲਾ ਪਤਲਾ ਤੇ ਆਗਿਆਕਾਰੀ ਬੱਚਾ ਸੀ। ਉਮਰ ਵੀ ਉਸਦੀ 14 ਕੁ ਸਾਲ ਦੀ ਸੀ। ਇਹੋ ਜਿਹਾ ਬੱਚਾ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਹੀ ਨਹੀਂ ਸੀ। ਹੁਣ ਮੇਰੇ ਪਤੀ ਦਾ ਸੁਭਾਅ ਵੀ ਵਧੀਆ ਹੋ ਗਿਆ ਸੀ। ਪਹਿਲਾਂ ਤਾਂ ਉਹ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਸੀ। ਸ਼ਾਮ ਦਾ ਟਾਈਮ ਸੀ। ਆਸ਼ੀਸ਼ ਆਪਣੇ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਸੀ ਕਿ ਦਰਵਾਜ਼ੇ 'ਤੇ ਹਲਕੀ ਜਿਹੀ ਕਿਸੇ ਦੇ ਆਉਣ ਦੀ ਆਹਟ ਹੋਈ ਤਾਂ ਸਾਹਮਣੇ ਰਾਮੂ ਖੜਾ। ਮੇਰੇ ਪਤੀ ਨੇ ਕਿਹਾ, ਇਸ ਵਕਤ ਕਿਉਂ ਆਏ ਹੋ ਰਾਮੂ? ਮੇਰੇ ਪਤੀ ਨੇ ਥੋੜ੍ਹਾ ਗੁੱਸੇ ਵਿੱਚ ਬੋਲਿਆ। ਰਾਮੂ ਨੇ ਸਿਰ ਝੁਕਾ ਕੇ ਹੌਲੀ ਆਵਾਜ਼ ਵਿੱਚ ਕਿਹਾ, ਮਾਲਕ, ਮੇਰੀ ਤਬੀਅਤ ਖਰਾਬ ਹੈ। ਮੇਰੇ ਤੋਂ ਕੋਈ ਕੰਮ ਨਹੀਂ ਹੋ ਰਿਹਾ। ਤੁਸੀਂ ਮੈਨੂੰ 2 ਦਿਨ ਦੀ ਛੁੱਟੀ ਦੇ ਦਿਓ ਤਾਂ ਜੋ ਮੇਰੀ ਤਬੀਅਤ ਠੀਕ ਹੋ ਜਾਵੇ, ਨਹੀਂ ਤਾਂ ਮੈਂ ਕੰਮ ਨਹੀਂ ਕਰ ਪਾਊਂਗਾ। ਉਸ ਦੀ ਗੱਲ ਸੁਣ ਕੇ ਮੇਰੇ ਪਤੀ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, ਮੇਰੀ ਪਤਨੀ ਆਪਣੇ ਪੇਕੇ ਜਾ ਰਹੀ ਆ। ਵੈਸੇ ਵੀ ਮੈਂ ਤੈਨੂੰ ਸੇਵਾ ਕਰਨ ਨੂੰ ਲਿਆਇਆ, ਆਰਾਮ ਕਰਨ ਨੂੰ ਨਹੀਂ। ਮੇਰੇ ਪਤੀ ਨੇ ਉਸ ਨੂੰ ਗੁੱਸੇ ਨਾਲ ਆਪਣੇ ਕਮਰੇ ਵਿੱਚੋਂ ਭਜਾ ਦਿੱਤਾ। ਮੈਂ ਹੈਰਾਨ ਰਹਿ ਗਈ ਕਿ ਇਹਨਾਂ ਨੂੰ ਮੇਰੀ ਇੰਨੀ ਫਿਕਰ ਕਦੋਂ ਤੋਂ ਹੋਣ ਲੱਗੀ।
ਅਗਲੇ ਦਿਨ ਆਸ਼ੀਸ਼ ਮੈਨੂੰ ਪੇਕੇ ਛੱਡ ਆਏ। ਪੇਕੇ ਪਿੰਡ ਜਾ ਕੇ ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰੇ ਪਤੀ ਮੇਰਾ ਬਹੁਤ ਖਿਆਲ ਰੱਖਦੇ ਆ। ਉਹ ਆਪਣੇ ਨਾਲ ਇੱਕ ਨੌਕਰ ਨੂੰ ਵੀ ਲੈ ਕੇ ਆਏ ਆ ਜੋ ਮੇਰੀ ਹਰ ਵਕਤ ਸੇਵਾ ਵਿੱਚ ਲੱਗਿਆ ਰਹਿੰਦਾ। ਇਹ ਸੁਣ ਕੇ ਮੇਰੀ ਮੰਮੀ ਵੀ ਮੈਨੂੰ ਡਾਂਟਣ ਲੱਗੀ ਕਿ ਇਹ ਕੀ ਆ, ਇਹ ਬਹੁਤ ਬੁਰੀ ਆਦਤ ਆ। ਤੈਨੂੰ ਆਪਣੇ ਘਰ ਦੇ ਕੰਮ ਖੁਦ ਕਰਨੇ ਚਾਹੀਦੇ ਆ। ਤੂੰ ਆਪਣੇ ਪਤੀ ਦਾ ਆਪ ਖਿਆਲ ਰੱਖਿਆ ਕਰ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਈ। 7 ਦਿਨ ਪੇਕੇ ਰਹੀ ਤਾਂ ਮੰਮੀ ਨੇ ਕਈ ਉਪਦੇਸ਼ ਦੇ ਦਿੱਤੇ। ਮੈਂ ਇੱਕ ਕੰਨ ਵਿੱਚ ਸੁਣੀ ਤੇ ਦੂਜੇ ਕੰਨ ਵਿੱਚੋਂ ਕੱਢ ਦਿੱਤੀ। ਹਫ਼ਤੇ ਬਾਅਦ ਮੈਂ ਆਪਣੇ ਪਤੀ ਨੂੰ ਫੋਨ ਲਾਇਆ ਤਾਂ ਉਹ ਮੈਨੂੰ ਕਹਿੰਦੇ 2-3 ਦਿਨ ਹੋਰ ਰੁਕ ਜਾ, ਮੈਨੂੰ ਬਾਹਰ ਜ਼ਰੂਰੀ ਕੰਮ ਆ, ਉਸ ਤੋਂ ਬਾਅਦ ਮੈਂ ਤੈਨੂੰ ਲੈਣ ਆ ਰਿਹਾ। ਇੱਕ ਹਫ਼ਤਾ ਇਸੇ ਤਰ੍ਹਾਂ ਲੰਘ ਗਿਆ। ਤੀਜੇ ਹਫ਼ਤੇ ਉਹ ਮੈਨੂੰ ਲੈਣ ਆਏ। ਮੈਨੂੰ ਲੱਗਿਆ ਉਹਨਾਂ ਦਾ ਸੁਭਾਅ ਥੋੜ੍ਹਾ ਬਦਲਿਆ ਜਿਹਾ ਲੱਗਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾਂ ਉਹ ਬੋਲੇ, ਤੂੰ ਮੈਨੂੰ ਗੁੱਸਾ ਦਿਲਾ ਰਹੀ ਆ। ਮੈਂ ਤਾਂ ਤੇਰੇ ਨਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਗੱਲ ਕਰਦਾ, ਪਰ ਤੂੰ ਪਤਾ ਨਹੀਂ ਕਿਹੜੇ ਖ਼ੁਆਬਾਂ ਵਿੱਚ ਰਹਿੰਦੀ ਆ। ਜਦੋਂ ਮੈਂ ਘਰੇ ਗਈ ਤਾਂ ਮੈਨੂੰ ਰਾਮੂ ਵੀ ਨਾ ਦਿਸਿਆ ਕਿਉਂਕਿ ਹੁਣ ਮੈਨੂੰ ਵੀ ਕੰਮ ਕਰਨਾ ਥੋੜ੍ਹਾ ਔਖਾ ਲੱਗਦਾ ਸੀ। ਜਦੋਂ ਮੈਂ ਆਪਣੀ ਸੱਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਉਹ ਹਸਪਤਾਲ ਵਿੱਚ ਦਾਖਲ ਆ। ਫਿਰ ਮੈਨੂੰ ਯਾਦ ਆਇਆ ਕਿ ਉਹ 2 ਹਫ਼ਤੇ ਪਹਿਲਾਂ ਵੀ ਕਹਿ ਰਿਹਾ ਸੀ ਕਿ ਮੇਰੀ ਤਬੀਅਤ ਖਰਾਬ ਆ। ਸ਼ਾਮ ਨੂੰ ਘਰ ਆ ਗਿਆ ਤਾਂ ਉਸਨੇ ਬਹੁਤ ਹੀ ਮੋਟੀ ਚਾਦਰ ਲੈ ਰੱਖੀ ਸੀ। ਮੋਢੇ ਉੱਪਰ ਉਹੀ ਤੌਲੀਆ ਸੀ। ਮੈਂ ਉਸ ਤੋਂ ਹਾਲ ਚਾਲ ਪੁੱਛਿਆ ਤਾਂ ਉਸਨੇ ਬੜੀ ਸੁਰੀਲੀ ਆਵਾਜ਼ ਵਿੱਚ ਕਿਹਾ, ਠੀਕ ਆ, ਤੁਸੀਂ ਬਸ ਪ੍ਰਾਰਥਨਾ ਕਰੋ ਮੇਰੇ ਮਾਂ-ਬਾਪ ਵੀ ਠੀਕ ਰਹਿਣ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਉਸ ਨੂੰ ਕਿਹਾ, ਜਾਓ ਬੇਟਾ, ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ, ਮੈਂ ਤੁਹਾਡਾ ਖਿਆਲ ਰੱਖੂੰਗੀ, ਕੋਈ ਜ਼ਰੂਰਤ ਨਹੀਂ ਕੰਮ ਕਰਨ ਦੀ। ਨੀਵੀਂ ਪਾ ਕੇ ਉਹ ਆਪਣੇ ਕਮਰੇ ਵਿੱਚ ਚਲਿਆ ਗਿਆ। ਇੱਕ ਹਫ਼ਤਾ ਲੰਘ ਗਿਆ ਤੇ ਹੁਣ ਮੈਨੂੰ ਕੰਮਾਂ ਵਿੱਚ ਉਸ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਮੈਂ ਉਸ ਨੂੰ ਕੰਮ ਲਈ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਕਿ ਹੁਣ ਤੇਰੀ ਸਿਹਤ ਵੀ ਠੀਕ ਹੋ ਗਈ ਆ, ਤੂੰ ਮੇਰੀ ਮਦਦ ਕਰ ਦਿਆ ਕਰ। ਉਸ ਨੇ ਮੇਰੀ ਗੱਲ ਨੂੰ ਇਗਨੋਰ ਕਰ ਦਿੱਤਾ। ਉਹ ਪਹਿਲਾਂ ਨਾਲੋਂ ਜ਼ਿਆਦਾ ਕੰਮਚੋਰ ਹੋ ਗਿਆ ਸੀ। ਉਸ ਨੂੰ ਦੇਖ ਕੇ ਮੈਨੂੰ ਗੁੱਸਾ ਆਇਆ। ਕਿੱਥੇ ਸਾਰਾ ਦਿਨ ਕੰਮ ਕਰਨ ਵਾਲਾ ਰਾਮੂ ਤੇ ਕਿੱਥੇ ਹੁਣ ਇਹ ਸਾਰਾ ਦਿਨ ਬੈੱਡ ਤੇ ਪਿਆ ਰਹਿੰਦਾ ਤੇ ਚੀਜ਼ਾਂ ਮੰਗਵਾ ਕੇ ਬਿਸਤਰੇ ਤੇ ਹੀ ਖਾਈ ਜਾਂਦਾ। ਹੁਣ ਮੈਂ ਵੀ ਜ਼ਿਆਦਾ ਬਰਦਾਸ਼ਤ ਨਹੀਂ ਕਰਦੀ ਸੀ। ਮੈਂ ਕਿਹਾ, ਜਾਂ ਤਾਂ ਉੱਠ ਕੇ ਕੰਮ ਕਰ ਲੈ ਜਾਂ ਚਲਾ ਜਾ, ਕੋਈ ਜ਼ਰੂਰਤ ਨਹੀਂ ਸਾਡੇ ਤੇ ਬੋਝ ਬਣਨ ਦੀ। ਇੱਕ ਦਿਨ ਮੈਂ ਇਸੇ ਤਰ੍ਹਾਂ ਰਾਮੂ ਨੂੰ ਡਾਂਟ ਰਹੀ ਸੀ ਤਾਂ ਮੇਰੇ ਪਤੀ ਆ ਗਏ ਤੇ ਬੋਲੇ, ਤੇਰੀ ਹਿੰਮਤ ਕਿਵੇਂ ਹੋਈ ਰਾਮੂ ਨੂੰ ਇਸ ਤਰ੍ਹਾਂ ਕਹਿਣ ਦੀ। ਆਸ਼ੀਸ਼ ਨੇ ਰਾਮੂ ਨੂੰ ਆਪਣੇ ਨਾਲ ਲਾ ਲਿਆ ਤੇ ਮੈਂ ਗੁੱਸੇ ਵਿੱਚ ਕਿਹਾ, ਪਹਿਲਾਂ ਮੈਂ ਹੀ ਇਸ ਨੂੰ ਲਾੜ ਪਿਆਰ ਨਾਲ ਸਿਰ ਤੇ ਚੜ੍ਹਾ ਲਿਆ ਤੇ ਹੁਣ ਤੁਸੀਂ ਸਿਰ ਤੇ ਚੜ੍ਹਾ ਰਹੇ ਹੋ। ਮੈਂ ਕਿਹਾ, ਨੌਕਰਾਂ ਨੂੰ ਇਸ ਤਰ੍ਹਾਂ ਸਿਰ ਤੇ ਨਹੀਂ ਚੜਾਉਣਾ ਚਾਹੀਦਾ। ਉਹਨਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਮੈਨੂੰ ਹੀ ਅੱਖਾਂ ਕੱਢਣ ਲੱਗੇ ਤੇ ਕਿਹਾ, ਖਬਰਦਾਰ ਜੇ ਅੱਜ ਤੋਂ ਬਾਅਦ ਰਾਮੂ ਨੂੰ ਕੁਝ ਕਿਹਾ ਮੈਂ ਬਰਦਾਸ਼ਤ ਨਹੀਂ ਕਰਾਂਗਾ। ਜੇ ਤੂੰ ਇਸ ਘਰ 'ਚ ਜਾਣਾ ਚਾਹੁੰਦੀ ਆ ਤਾਂ ਚਲੀ ਜਾ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਂ ਸੋਚਣ ਲੱਗੀ ਕਿ ਉਸ ਦਿਨ ਮੇਰੀ ਸੱਸ ਜੋ ਕਹਿ ਰਹੀ ਸੀ ਉਹ ਬਿਲਕੁਲ ਠੀਕ ਕਹਿ ਰਹੀ ਸੀ। ਮੇਰੇ ਪਤੀ ਤਾਂ ਹੁਣ ਕੁਝ ਹੋਰ ਹੀ ਕਰ ਰਹੇ ਸੀ। ਇੱਕ ਮਾਮੂਲੀ ਜਿਹੇ ਨੌਕਰ ਪਿੱਛੇ ਮੈਨੂੰ ਬਦਤਮੀਜ਼ੀ ਨਾਲ ਬੋਲ ਰਹੇ ਸੀ। ਮੇਰਾ ਦਿਮਾਗ ਫਟਣ ਲੱਗ ਗਿਆ, ਪਰ ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਕਿਤੇ ਪਤੀ ਪਤਨੀ ਵਿੱਚ ਅਜਿਹਾ ਹੋ ਜਾਂਦਾ। ਥੋੜੇ ਦਿਨਾਂ ਬਾਅਦ ਮੈਂ ਆਪਣੇ ਪਤੀ ਨਾਲ ਖੁਦ ਹੀ ਸੁਲ੍ਹਾ ਕਰ ਲਈ। ਉਹ ਵੀ ਮੰਨ ਗਏ। ਰਾਮੂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਦੁਬਾਰਾ ਸੰਭਾਲ ਲਈਆਂ। ਜੇ ਕੋਈ ਵੀ ਕੰਮ ਹੁੰਦਾ ਉਸ ਨੇ ਭੱਜ ਕੇ ਕਰ ਦਿੰਦਾ। ਉਹ ਹੁਣ ਸਾਡੇ ਘਰ ਦਾ ਮੈਂਬਰ ਹੀ ਬਣ ਚੁੱਕਿਆ ਸੀ। ਇੱਕ ਦਿਨ ਸਵੇਰੇ ਮੈਂ ਉੱਠੀ ਤਾਂ ਮੈਂ ਬੜੀ ਥੱਕੀ ਮਹਿਸੂਸ ਕਰ ਰਹੀ ਸੀ। ਮੈਂ ਆਪਣੇ ਪਤੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਉੱਠੇ। ਜਦੋਂ ਮੈਂ ਆਪਣਾ ਕਮਰਾ ਦੇਖਿਆ ਤਾਂ ਕਮਰੇ ਦੇ ਚਾਰੇ ਪਾਸੇ ਉਥਲ-ਪੁਥਲ ਹੋਈ ਪਈ ਸੀ। ਅਲਮਾਰੀਆਂ ਖੁੱਲੀਆਂ ਸੀ, ਸਾਰੇ ਕੱਪੜੇ ਖਿਲਰੇ ਪਏ ਸੀ। ਮੈਂ ਭੱਜ ਕੇ ਬਾਹਰ ਗਈ ਤਾਂ ਬਾਹਰ ਵੀ ਇਹ ਸਭ ਕੁਝ ਹੀ ਸੀ। ਮੈਂ ਆਪਣੇ ਸੱਸ ਸਹੁਰੇ ਨੂੰ ਆਵਾਜ਼ ਦਿੱਤੀ ਤਾਂ ਉਹ ਵੀ ਨਾ ਉੱਠੇ। ਉਹਨਾਂ ਦੀਆਂ ਵੀ ਅਲਮਾਰੀਆਂ ਵਿੱਚੋਂ ਕੱਪੜੇ ਖਿਲਰੇ ਪਏ ਸੀ। ਮੈਂ ਭੱਜ ਕੇ ਰਾਮੂ ਦੇ ਕਮਰੇ ਵਿੱਚ ਗਈ ਤਾਂ ਉੱਥੇ ਵੀ ਰਾਮੂ ਗਾਇਬ ਸੀ। ਮੈਂ ਜਲਦੀ ਡਾਕਟਰ ਨੂੰ ਫੋਨ ਕੀਤਾ ਤਾਂ ਉਹ ਘਰ ਆਏ। ਡਾਕਟਰ ਨੇ ਆ ਕੇ ਮੇਰੇ ਪਤੀ ਤੇ ਸੱਸ ਸਹੁਰੇ ਨੂੰ ਚੈੱਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜ਼ਿਆਦਾ ਨੀਂਦ ਦੀਆਂ ਗੋਲੀਆਂ ਦੇਣ ਕਾਰਨ ਉਹਨਾਂ ਦੀ ਮੌਤ ਹੋ ਗਈ ਆ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਮਾਂ ਤੇ ਸੱਸ ਦੀਆਂ ਕਈਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮਣ ਲੱਗੀਆਂ, ਪਰ ਹੁਣ ਮੈਂ ਕੀ ਕਰ ਸਕਦੀ ਸੀ। ਰਾਮੂ ਸਾਡੇ ਸਾਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸਾਰਾ ਸਮਾਨ ਲੁੱਟ ਕੇ ਚਲਿਆ ਗਿਆ। ਕੰਮ ਦੇ ਸੁੱਖ 'ਚ ਮੈਂ ਆਪਣਾ ਸਾਰਾ ਪਰਿਵਾਰ ਤੇ ਸਾਰਾ ਘਰ-ਬਾਰ ਲੁਟਾ ਚੁੱਕੀ ਸੀ। ਅਖੀਰ ਵਿੱਚ ਇਹੀ ਕਹਾਂਗੀ ਕਿ ਜਦੋਂ ਵੀ ਕੋਈ ਕੰਮ ਵਾਲਾ ਘਰ ਰੱਖਣਾ ਹੋਵੇ ਤਾਂ ਪੂਰੀ ਘੋਖ ਪੜਤਾਲ ਕਰਕੇ ਹੀ ਰੱਖਿਆ ਜਾਵੇ, ਨਹੀਂ ਤਾਂ ਜੋ ਮੇਰੇ ਨਾਲ ਹੋਇਆ ਰੱਬ ਕਰੇ ਕਿਸੇ ਹੋਰ ਨਾਲ ਨਾ ਹੋਵੇ।
ਸੋ ਦੋਸਤੋ, ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।